ना छत साडी ना जमीन साडी ना कंध साडी आज ही करोड़ों रुपया देता करोड़ों रुपये लाते और जे रब ना करे एक बिल्डिंग गिर जे बेसमेंट वाला कहता भाजी मेरे को पैसे ही है नहीं बनाने जोगे दूजी मंजिल वाला तो हवा 'ਚ ਹੀ रह गया देखो कागजां ते विखाया घर असलीयत नालों बहुत दूर हुंदा ਜਦੋਂ ਵੀ ਤੁਸੀਂ ਕੋਈ ਮਕਾਨ ਲੈਂਦੇ ਹੋ ਫਲੈਟ ਲੈਂਦੇ ਹੋ ਜਗ੍ਹਾ ਲੈਂਦੇ ਹੋ ਔਰ ਖਾਸ ਕਰਕੇ ਕਿਸੇ ਬਿਲਡਰ ਪ੍ਰਾਈਵੇਟ ਬਿਲਡਰ ਕੋਲ ਲੈਂਦੇ ਹੋ ਉਹਦੀਆਂ ਸ਼ਰਤਾਂ ਨੂੰ ਧਿਆਨ ਨਾਲ ਪੜੋ ਕਿ ਉਹਨੇ ਫੈਸਿਲਿਟੀਆਂ ਤੁਹਾਨੂੰ ਕੀ ਕੀ ਦੇਣੀਆਂ ਬਰਨਾਲਾ ਰੀਅਲ ਟੈਕ ਕਰਕੇ ਹੈ ਜੀ ਆਰਗੇਨਾਈਜੇਸ਼ਨ ਦਾ ਨਾਮ ਜੀਵਨ ਜਿੰਦਲ ਉਹਦਾ ਇੱਕ ਪਾਰਟਨਰ ਹੈ ਵਿਜੇ ਗਰਗ ਪਾਰਟਨਰ ਹੈ ਸੰਜੀਵ ਜਿੰਦਲ ਉਹਦਾ ਪਾਰਟਨਰ ਹੈ ਇਹਨਾਂ ਲੋਕਾਂ ਨੇ ਇੱਕ ਸੁਸਾਇਟੀ ਬਣਾਈ ਸੀ ਜਿਹਨੂੰ ਰਿਵਰਡੇਲ ਐਕਵਾ ਗ੍ਰੀਨ ਦੇ ਨਾਂ ਤੋਂ ਹਾਈਲੈਂਡ ਮਾਰਗ ਦੇ ਉੱਤੇ ਪਟਿਆਲੇ 에ਅਰਫੋਰਸ ਦੇ ਲਾਗੇ ਉਹ ਕਲੋਨੀ ਬਣਾਈ ਸੀ ਜਿਹਦੇ ਵਿੱਚ ਉਹਨਾਂ ਨੇ ਜਿਹੜੇ ਰੈਜ਼ੀਡੈਂਟ ਸੀਗੇ ਉਹਨਾਂ ਕੋਲੋਂ ਸਰਵਿਸ ਟੈਕਸ ਲਿਆ ਜਦੋਂ ਸਰਵਿਸ ਟੈਕਸ ਲਈਏ ਤੇ ਸਰਵਿਸ ਟੈਕਸ ਦੀ ਰਸੀਦ ਦੇਣੀ ਹੁੰਦੀ ਹੈ ਅਸੀਂ ਆਪਣੇ ਨੋਟਿਸ ਪਾ ਕੇ ਮੰਗਿਆ ਕਿ ਤੁਸੀਂ ਸਾਡੇ ਕੋਲ ਸਰਵਿਸ ਟੈਕਸ ਲਿਆ ਰੈਜ਼ੀਡੈਂਟਸ ਕੋਲੋਂ ਜਾਂ ਤੇ ਸਾਨੂੰ ਉਹਦੀ ਪ੍ਰੂਫ ਦਿਓ ਕਿ ਤੁਸੀਂ ਉਹਨੂੰ ਸਰਕਾਰ 'ਚ ਜਮ੍ਹਾਂ ਕਰਾਇਆ ਤੇ ਉਹਦੀ ਰਸੀਦ ਦਿਓ ਤੇ ਸੀਏ ਕੋਲੋਂ ਆਡਿਟ ਕਰਾ ਕੇ ਆਪਣੀ ਇੱਕ ਸਟੇਟਮੈਂਟ ਸਾਨੂੰ ਦਿਓ ਉਹ ਬਰਨਾਲਾ ਰੀਅਲ ਟੈਕ ਬਿਲਡਰ ਜਿਹੜਾ ਰਿਵਰਡੇਲ ਅਪਾਰਟਮੈਂਟ ਵਾਲਾ ਉਹ ਫੇਲ ਹੋ ਗਿਆ ਉਹਨੂੰ ਦੇਣ 'ਚ ਸੁਸਾਇਟੀ ਦਾ ਹੈਂਡਓਵਰ ਲੈਣ ਲਈ ਜਿਹੜੀਆਂ ਸ਼ਰਤਾਂ ਤੈਅ ਹੋਈਆਂ ਉਹ ਸ਼ਰਤਾਂ ਸਾਰੀਆਂ ਪੂਰੀਆਂ ਕਰਾਓ ਤੇ ਆਪਣੇ ਪੈਸੇ ਲਓ ਸੁਸਾਇਟੀ 'ਚੋਂ ਪੈਸੇ ਆਉਣਗੇ ਕਿਉਂਕਿ ਮੇਨਟੇਨੈਂਸ ਚਾਰਜ ਤੇ 2-3 ਹਜ਼ਾਰ ਰੁਪਇਆ ਉਹਦੇ ਰੈਗੂਲਰ ਖਰਚੇ ਨਹੀਂ ਪੂਰੇ ਹੁੰਦੇ ਤੇ ਕੱਲ ਨੂੰ ਕਲੀ ਕਿੱਥੋਂ ਕਰਾਓਗੇ ਇਹ IFFS ਚਾਰਜਿਸ ਜਿਹੜੇ ਨੇ ਲਏ ਸੀ ਇਸ ਬਿਲਡਰ ਨੇ ਇਹ ਵੀ ਲਗਭਗ 1 ਕਰੋੜ 64 ਲੱਖ ਰੁਪਏ ਬਣਦਾ ਹੈ 168 ਫਲੈਟ ਪਲੱਸ 16 ਫਲੈਟ ਮਿਲਾ ਲਓ ਤੇ 184-85 ਫਲੈਟ ਹੋ ਗਏ ਤੇ ਜੇ ਮਿਨੀਮਮ ਵੀ ਲਾ ਲਈਏ ਤੇ ਲਗਭਗ 2 ਕਰੋੜ ਰੁਪਇਆ ਬਣਨਾ ਹੈ ਬਿਲਡਰ ਇੰਨੇ ਚਲਾਕ ਨੇ ਜਦੋਂ ਕੋਈ ਬਿਲਡਿੰਗ ਪਾਸ ਹੁੰਦੀ ਹੈ ਨਾ ਜੀ ਉਹਦੇ 'ਚ ਇਵੈਕੂਏਸ਼ਨ ਰੂਟਸ ਨੇ ਫਾਇਰ ਬ੍ਰਿਗੇਡ ਰੂਟ ਨੇ ਐਂਬੂਲੈਂਸ ਦੇ ਰੂਟਸ ਨੇ ਜਿਹੜੇ ਹਮੇਸ਼ਾ ਖਾਲੀ ਰਹਿਣਗੇ ਉਹ ਵਾਲੀਆਂ ਥਾਵਾਂ ਵੀ ਪਾਰਕਿੰਗ 'ਚ ਵੇਚ ਗਏ ਬਿਲਡਰ ਕਰਦਾ ਕੀ ਹੈ ਕਿ ਹਰ ਤਰ੍ਹਾਂ ਦੇ ਪੈਸੇ ਇਕੱਠੇ ਕਰ ਲੈਂਦਾ ਕਰਨ ਤੋਂ ਬਾਅਦ ਉਹ ਪੈਸਾ ਕਰ ਲੈਂਦਾ ਹੜੱਪ ਤੇ ਪਬਲਿਕ ਨੂੰ ਮਿਨੀਮਮ ਪੋਸੀਬਲ ਫੈਸਿਲਿਟੀਆਂ ਦੇਗਾ ਫੋਰ ਐਗਜ਼ਾਮਪਲ ETP ਪਲਾਂਟ ਦੀ ਗੱਲ ਕਰਾਂ ਜਿਹਦੇ 'ਚ ਤੁਹਾਡੀ ਹਿਊਮਨ ਵੇਸਟ ਜਾਣੀ ਹੈ ਪ੍ਰੋਸੈਸ ਹੋਣੀ ਹੈ ਉਹ ਮੰਨ ਲਓ 100 ਘਰ ਪਿੱਛੇ 100 ਘਰ 'ਚ ਜਾਂ 200 ਘਰ 'ਚ ਇੰਟੂ 4 ਕਰ ਲਓ 800 ਲੋਕ ਰਹਿੰਦੇ ਆ 1000 ਬੰਦੇ ਦੀ ਵੇਸਟ ਬਾਕੀ ਸਫਾਈ ਵਾਲੇ ਦੂਜੇ ਮਿਲਾ ਕੇ 1000 ਬੰਦਾ ਉਹਦੇ ਲਈ ਮੰਨ ਲਓ 1 ਲੱਖ ਮੀਟ੍ਰਿਕ ਟਨ ਦਾ ਲੱਗਣਾ ਹੈ ਗੰਦੇ ਨੂੰ ਸਾਫ਼ ਕਰਨ ਵਾਲਾ ਉਹ 100 ਬੰਦਿਆਂ ਦੀ ਸਫਾਈ ਜੋਗਾ ਲਾ ਦਿੰਦੇ ਨੇ ਕਾਸਮੈਟਿਕ ਤੇ ਪੋਲੂਸ਼ਨ ਮਹਿਕਮੇ ਵੀ ਨਾਲ ਰਲੇ ਨੇ ਜਿਨ੍ਹਾਂ ਨੇ ਉਹਨਾਂ ਨੂੰ NOC ਦੇਣੀ ਹੈ ਉਹ ਉਹਨਾਂ ਨੂੰ NOC ਦੇ ਦਿੰਦੇ ਆ ਜੀ ਕੀ ਹੈ ਜਿੰਨੇ ਬਿਲਡਰ ਹੈ ਇਹ ਆਪਣੇ ਨਾਲ ਕੰਟਰੈਕਟ ਕਰਕੇ ਅਨਨੋਨ ਆਪਰੇਟਰਸ ਲਵਾ ਦਿੰਦੇ ਨੇ ਅਨਨੋਨ ਆਪਰੇਟਰਸ ਮੈਂ ਕਿਹਨੂੰ ਕਹਿੰਦਾ ਕਿਸੇ ਦਾ ਵੀ ਟਾਵਰ ਲਵਾਤਾ ਕਿਸੇ ਦਾ ਕੋਈ ਵੀ ਸਿਸਟਮ ਲਵਾਤਾ ਉਹਦੀ ਕਿਰਾਇਆ ਆਪਣੀ ਜੇਬ 'ਚ ਪਾਈ ਜਾਂਦੇ ਨੇ ਬਿਲਡਿੰਗਾਂ ਕਾਹਦੀਆਂ ਬਣਦੀਆਂ ਨੇ ਇਹ ਤਾਂ ਜੇ ਕਿਹਾ ਜਾਵੇ ਇੱਕ ਤਰ੍ਹਾਂ ਦਾ ਜਿਹੜਾ ਆਮ ਬੰਦਾ ਹੈ ਮੌਤ ਦੇ ਡੱਬੇ ਬਣ ਰਹੇ ਮੌਤ ਦੇ ਡੱਬੇ ਬਣ ਰਹੇ ਇੰਨੀਆਂ ਚੀਜ਼ਾਂ ਜੇ ਦੇਖਿਆ ਜਾਵੇ ਇਹ ਤਾਂ ਬੰਦੇ ਕੋਲ ਕੱਲ ਨੂੰ ਲੰਘਣ ਨੂੰ ਥਾਂ ਨਹੀਂ ਬਿਲਡਰ ਆਪਣੇ ਪੈਸੇ ਇਕੱਠੇ ਕਰਨ 'ਚ ਲੱਗੇ ਨੇ ਉਹਨਾਂ ਨੂੰ ਕੀ ਪਰਵਾਹ ਤੁਹਾਡੀ ਜਾਨ ਜਾਵੇ ਤੇ ਚੰਗੀ ਗੱਲ ਹੈ ਉਹ ਮੈਂ ਤਾਂ ਕਹਿੰਦਾ ਤੁਹਾਡੀ ਮੌਤ ਦਾ ਸਮਾਨ ਤੁਹਾਨੂੰ ਵੇਚ ਰਹੇ ਨੇ ਕਈ ਬਿਲਡਰਾਂ ਨਾਲ ਜਦੋਂ ਗੱਲ ਕਰਦੇ ਹੁੰਦੇ ਆ ਨਾ ਵੈਸੇ ਚਲੋ ਉਹ ਤਾਂ ਕਹਿੰਦੇ ਹੁੰਦੇ ਨੇ ਵੀ ਅਸੀਂ ਠੀਕ ਆ ਉਹ ਕਹਿੰਦੇ ਹੁੰਦੇ ਨੇ ਦੇਖੋ ਜੀ ਅਸੀਂ ਸੁਪਨਿਆਂ ਦਾ ਘਰ ਬਣਾ ਰਹੇ ਆ ਉਹ ਸੁਪਨਿਆਂ 'ਚ ਹੀ ਹੈ ਨਾ ਮਰਨ ਤੋਂ ਬਾਅਦ ਸੁਪਨੇ ਹੀ ਰਹਿ ਜਾਣੇ ਸਾਡੇ ਹੋਰ ਕੀ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਆਮ ਤੌਰ ਤੇ ਦੇਖਦੇ ਆ ਅਸੀਂ ਜਦੋਂ ਲੋਕ ਫਲੈਟ ਖਰੀਦਦੇ ਨੇ ਸੁਸਾਇਟੀਆਂ ਦੇ ਵਿੱਚ ਘਰ ਲੈਂਦੇ ਨੇ ਤਾਂ ਉੱਥੇ ਬਹੁਤ ਸਾਰੇ ਵਾਅਦੇ ਹੁੰਦੇ ਨੇ ਆਖਰਕਾਰ ਜੇ ਕਹੀਏ ਕਿ ਆਮ ਬੰਦਾ ਮਾਤਰ ਤਾਂ ਫਾਸੀ ਇਸ ਚੱਕਰ 'ਚ ਜਾਂਦਾ ਅਗਲਾ ਕਹਿੰਦਾ ਜਿਮ ਮਿਲੂ ਸਵੀਮਿੰਗ ਪੂਲ ਮਿਲੂ ਉੱਥੇ 24 ਘੰਟੇ ਬਿਜਲੀ ਮਿਲੂ ਤੇ ਇੱਕ ਤੁਹਾਨੂੰ ਅਜਿਹਾ ਸਵਰਗ ਦਿਖਾਇਆ ਜਾਂਦਾ ਬੰਦਾ ਸੋਚਦਾ ਕਿ ਇਦੋਂ ਬਾਹਰ ਤਾਂ ਦੁਨੀਆ ਕੋਈ ਹੈ ਨਹੀਂ ਪਰ ਜਦੋਂ ਤੁਸੀਂ ਘਰ ਲੈ ਲਿਆ ਯਾਨੀ ਕਿ ਫਲੈਟ ਲੈ ਲਿਆ ਕੋਈ ਉੱਥੇ ਸਪੇਸ ਲੈ ਲਈ ਉਦੋਂ ਬਾਅਦ 'ਚ ਪਤਾ ਲੱਗਦਾ ਕਿ ਅਸਲੀਅਤ ਤਾਂ ਕੁਝ ਹੋਰ ਹੀ ਸੀ ਇਹ ਮਾਮਲੇ ਇਕੱਲੇ ਇੱਕ ਥਾਂ ਦੇ ਨਹੀਂ ਬਥੇਰੀ ਥਾਵਾਂ ਦੇ ਆਉਂਦੇ ਨੇ ਸਾਹਮਣੇ ਟਰਾਈ ਸਿਟੀ ਦੀ ਗੱਲ ਕਰਦੇ ਆ ਤਾਂ ਮੈਕਸਿਮਮ ਮਾਮਲੇ ਨੇ ਸਾਡੇ ਨਾਲ ਵਕੀਲ ਸਾਹਿਬ ਹੈਗੇ ਨੇ ਸੁਨੀਲ ਮੱਲਾ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਅਜਿਹਾ ਹੀ ਫੈਸਲਾ ਸਾਹਮਣੇ ਆਇਆ ਉਹ ਫੈਸਲਾ ਹਰ ਕਿਸੇ ਨੂੰ ਸੁਣਨਾ ਵੀ ਜ਼ਰੂਰੀ ਤੇ ਨਾਲ ਇਹ ਵੀ ਹੈ ਵੀ ਤੁਹਾਨੂੰ ਜਗਾਊਗਾ ਵੀ ਜੇ ਗਲਤ ਹੋ ਰਿਹਾ ਤਾਂ ਆ ਕੇ ਤੁਸੀਂ ਕੋਰਟ ਦੇ ਰਸਤੇ ਜਾਂ ਕਹੀਏ ਪ੍ਰਸ਼ਾਸਨ ਦੇ ਰਸਤੇ ਆਪਦੀਆਂ ਚੀਜ਼ਾਂ ਲੈ ਸਕਦੇ ਹੋ ਵਕੀਲ ਸਾਹਿਬ ਇਹ ਗੱਲ ਸਹੀ ਆ ਜਦੋਂ ਕੋਈ ਵੀ ਆਪਾਂ ਕਿਸੇ ਕੋਲ ਜਾਂਦੇ ਆਗੇ ਪਹਿਲਾਂ ਤਾਂ ਆਪ ਹੀ ਆ ਜਾਂਦੇ ਨੇ ਵੀ ਤੁਸੀਂ ਘਰ ਦੇਖ ਰਹੇ ਹੋ ਜਿਵੇਂ ਉਹ ਸਰਚ ਇੰਜਨ 'ਚ ਦੇਖ ਲੈਂਦੇ ਨੇ ਫਿਰ ਗੱਲ ਇਹ ਹੈ ਵੀ ਅਗਲਾ ਤੁਹਾਨੂੰ ਅਜਿਹਾ ਸਵਰਗ ਦਿਖਾਉਂਦਾ ਮੈਨੂੰ ਲੱਗਦਾ ਜਿਹਨੇ ਅਸਲੀ ਸਵਰਗ ਤਾਂ ਦੇਖਿਆ ਨਹੀਂ ਉਹਨੂੰ ਲੱਗਦਾ ਵੀ ਇੱਥੇ ਹੀ ਮਿਲੂ ਸਾਰਾ ਕੁਝ ਬਾਅਦ 'ਚ ਹੁੰਦਾ ਇਹ ਵੀ ਲੋਕ ਭਟਕਦੇ ਫਿਰੀ ਜਾਂਦੇ ਨੇ ਵੀ ਲਾਈਟ ਨਹੀਂ ਆਈ ਹੋਏ ਉੱਥੇ ਸਫਾਈ ਨਹੀਂ ਹੋਈ ਹੋਏ ਉੱਥੇ ਸਵੀਮਿੰਗ ਪੂਲ ਨਹੀਂ ਚੱਲਦਾ ਜਾਂ ਕੀ ਨਹੀਂ ਇਹਨਾਂ ਦੀ ਲੋਕਾਂ ਦਾ ਹੱਲ ਹੈਗਾ ਜੀ ਕੋਈ ਨਹੀਂ ਕਰਕੇ ਦਿੰਦੇ ਹੈਗੇ ਵੱਡੇ ਵੱਡੇ ਬਿਲਡਰ ਦੇਖੋ ਕਾਗਜ਼ਾਂ ਤੇ ਵਿਖਾਇਆ ਘਰ ਅਸਲੀਅਤ ਨਾਲੋਂ ਬਹੁਤ ਦੂਰ ਹੁੰਦਾ ਔਰ ਇਹਦਾ 100% ਹੱਲ ਹੈਗਾ ਜਦੋਂ ਵੀ ਤੁਸੀਂ ਕੋਈ ਮਕਾਨ ਲੈਂਦੇ ਹੋ ਫਲੈਟ ਲੈਂਦੇ ਹੋ ਜਗ੍ਹਾ ਲੈਂਦੇ ਹੋ ਔਰ ਖਾਸ ਕਰਕੇ ਕਿਸੇ ਬਿਲਡਰ ਪ੍ਰਾਈਵੇਟ ਬਿਲਡਰ ਕੋਲ ਲੈਂਦੇ ਹੋ ਉਹਦੀਆਂ ਸ਼ਰਤਾਂ ਨੂੰ ਧਿਆਨ ਨਾਲ ਪੜੋ ਕਿ ਉਹਨੇ ਫੈਸਿਲਿਟੀਆਂ ਤੁਹਾਨੂੰ ਕੀ ਕੀ ਦੇਣੀਆਂ ਔਰ ਜੇ ਉਹ ਫੈਸਿਲਿਟੀਆਂ ਪੂਰੀਆਂ ਨਹੀਂ ਦੇ ਰਿਹਾ ਤੇ ਡੈਫੀਨੇਟਲੀ ਉਹਦੇ ਲਈ ਪੂਰਾ ਪ੍ਰੋਵੀਜ਼ਨ ਹੈ ਪਾਪੜਾ 'ਚ ਰੇਰਾ 'ਚ ਕੰਜ਼ਿਊਮਰ 'ਚ SDM ਕੋਲੇ ਉਹਨੂੰ ਜਿਸ ਵੀ ਪ੍ਰੀਵਿਊ ਦਾ ਉਹ ਕੇਸ ਹੈ ਉਹਨੂੰ ਉਹਦੇ ਕੋਲੋਂ ਉਹ ਹੱਕ ਲੈਣ ਦੀ ਵਿਆਜ ਸਮੇਤ ਔਰ ਇਹ ਵੀ ਪੁਆਇੰਟ ਦੇ ਦੇਣਾ 24% ਵਿਆਜ ਮਿਲਦਾ ਇਹ ਤੁਹਾਨੂੰ ਆਉਣ ਵਾਲੀ ਗੱਲਾਂ 'ਚ ਆਪਾਂ ਕਰਦੇ ਹਾਂ ਪਬਲਿਕ ਨੂੰ ਅਵੇਅਰ ਕਰਦੇ ਹਾਂ ਕਿ ਪਬਲਿਕ ਆਪਣਾ ਰਾਈਟ ਕਿਵੇਂ ਲੈ ਸਕਦੀ ਹੈ ਬਿਲਡਰ ਕਰਦਾ ਕੀ ਹੈ ਕਿ ਹਰ ਤਰ੍ਹਾਂ ਦੇ ਪੈਸੇ ਇਕੱਠੇ ਕਰ ਲੈਂਦਾ
ਕਰਨ ਤੋਂ ਬਾਅਦ ਉਹ ਪੈਸਾ ਕਰ ਲੈਂਦਾ ਹੜੱਪ ਤੇ ਪਬਲਿਕ ਨੂੰ ਮਿਨੀਮਮ ਪੋਸੀਬਲ ਫੈਸਿਲਿਟੀਆਂ ਦੇਗਾ। ਫੋਰ ਐਗਜ਼ਾਮਪਲ ਈਟੀਪੀ ਪਲਾਂਟ ਦੀ ਗੱਲ ਕਰਾਂ, ਜਿਹਦੇ 'ਚ ਤੁਹਾਡੀ ਹਿਊਮਨ ਵੇਸਟ ਜਾਣੀ ਹੈ, ਪ੍ਰੋਸੈਸ ਹੋਣੀ ਹੈ, ਉਹ ਮੰਨ ਲਓ 100 ਘਰ ਪਿੱਛੇ, ਇੱਕ 100 ਘਰ 'ਚ ਜਾਂ 200 ਘਰ 'ਚ ਇੰਟੂ 4 ਕਰ ਲਓ, 800 ਲੋਕ ਰਹਿੰਦੇ ਆ, 1000 ਬੰਦੇ ਦੀ ਵੇਸਟ, ਬਾਕੀ ਸਫਾਈ ਵਾਲੇ ਦੂਜੇ ਤੀਜੇ ਮਿਲਾ ਕੇ 1000 ਬੰਦਾ। ਉਹਦੇ ਲਈ ਮੰਨ ਲਓ 1 ਲੱਖ ਮੀਟ੍ਰਿਕ ਟਨ ਦਾ ਲੱਗਣਾ ਹੈ ਉਹ ਗੰਦੇ ਨੂੰ ਸਾਫ਼ ਕਰਨ ਵਾਲਾ, ਉਹ 100 ਬੰਦਿਆਂ ਦੀ ਸਫਾਈ ਜੋਗਾ ਲਾ ਦਿੰਦੇ ਨੇ ਕਾਸਮੈਟਿਕ। ਤੇ ਪੋਲੂਸ਼ਨ ਮਹਿਕਮੇ ਵੀ ਨਾਲ ਰਲੇ ਨੇ, ਜਿਨ੍ਹਾਂ ਨੇ ਉਹਨਾਂ ਨੂੰ ਐਨਓਸੀ ਦੇਣੀ ਹੈ, ਉਹ ਉਹਨਾਂ ਨੂੰ ਐਨਓਸੀ ਦੇ ਦਿੰਦੇ ਆ ਜੀ, ਕਹਿੰਦੇ ਜੀ ਟੈਂਪਰੇਰੀ ਇਹਨੂੰ ਵੱਡਾ ਕਰ ਦਾਂਗੇ, ਛੋਟਾ ਕਰ ਦਾਂਗੇ, ਕਈ ਤਰ੍ਹਾਂ ਦੇ ਡਰਾਮੇ। ਤਾਂ ਟੈਂਪਰੇਰੀ ਅਪਰੂਵਲਾਂ ਲੈ ਕੇ, ਪ੍ਰੋਵੀਜ਼ਨਲ ਅਪਰੂਵਲ ਜਿਹਨੂੰ ਕਹਿੰਦੇ ਆ, ਲੈ ਕੇ ਉਹ ਪ੍ਰੋਜੈਕਟ ਵੇਚਣਾ ਸ਼ੁਰੂ ਕਰ ਦਿੰਦੇ ਨੇ। ਜਦੋਂ ਆਕੂਪੈਂਸੀ 70 ਤੋਂ ਵੱਧ ਹੋ ਜਾਂਦੀ ਹੈ, ਆਪ ਹੀ ਸੁਸਾਇਟੀ ਬਣਾਉਂਦੇ ਨੇ, ਆਪ ਹੀ ਕਹਿੰਦੇ ਲਓ ਜੀ ਸੁਮੀ ਜੀ ਤੁਸੀਂ ਪ੍ਰਧਾਨ ਬਣ ਗਿਆ, ਵੀਰ ਸੈਕਟਰੀ ਬਣ ਗਿਆ, ਆਹ ਟਰੇਜਰ ਬਣ ਗਿਆ, ਫਲਾਣਾ ਬਣ ਗਿਆ, ਲਓ ਜੀ ਲਓ ਸੁਸਾਇਟੀ ਦਾ ਹੈਂਡਓਵਰ ਹੋ ਗਿਆ। ਜਦ ਕਿ ਉਹਦੇ ਤੇ ਪਿੱਛੇ ਜਿਹੜੀ ਟੈਕਨੀਕਲ ਗੱਲ ਹੈ, ਸੁਸਾਇਟੀ ਦਾ ਹੈਂਡਓਵਰ ਲੈਣ ਲਈ ਜਿਹੜੀਆਂ ਸ਼ਰਤਾਂ ਤੈਅ ਹੋਈਆਂ ਉਹ ਸ਼ਰਤਾਂ ਸਾਰੀਆਂ ਪੂਰੀਆਂ ਕਰਾਓ ਤੇ ਆਪਣੇ ਪੈਸੇ ਲਓ, ਸੁਸਾਇਟੀ 'ਚੋਂ ਪੈਸੇ ਆਉਣਗੇ। ਕਿਉਂਕਿ ਮੇਨਟੇਨੈਂਸ ਚਾਰਜਿਸ ਤੇ 2-3 ਹਜ਼ਾਰ ਰੁਪਇਆ, ਉਹਦੇ ਰੈਗੂਲਰ ਖਰਚੇ ਨਹੀਂ ਪੂਰੇ ਹੁੰਦੇ ਤੇ ਕੱਲ ਨੂੰ ਕਲੀ ਕਿੱਥੋਂ ਕਰਾਓਗੇ? ਕੱਲ ਨੂੰ ਕਾਮਨ ਏਰੀਆ ਦੀ ਲਿਫਟਾਂ ਖਰਾਬ ਹੋ ਗਈਆਂ, ਸਾਫ਼ ਕੌਣ ਕਰਾਊਗਾ? ਦੇਖੋ ਸਭ ਤੋਂ ਇੰਪੋਰਟੈਂਟ ਹੈ ਇਹ 'ਚ ਡਰਾਇੰਗਾਂ, ਕਿੱਥੋਂ ਬੱਤੀ ਦਾ ਕਨੈਕਸ਼ਨ ਜਾ ਰਿਹਾ, ਕਿੱਥੋਂ ਲਿਫਟ ਦਾ ਜਾ ਰਿਹਾ, ਕਿੱਥੋਂ ਐਮਰਜੈਂਸੀ ਇਵੈਕੂਏਸ਼ਨ ਹੈ, ਕਿੱਥੋਂ ਐਮਰਜੈਂਸੀ ਪਲਾਨ ਹੈ, ਫਾਇਰ ਦੀ ਗੱਡੀ ਆਈ ਤੇ ਕਿੱਥੇ ਆ ਕੇ ਲੱਗਣੀ ਹੈ। ਉਹ ਥਾਵਾਂ ਵੀ ਪਾਰਕਿੰਗ 'ਚ ਵੇਚ ਜਾਂਦਾ ਬਿਲਡਰ, ਛੱਤਾਂ ਵੇਚ ਜਾਂਦਾ। ਇਹੋ ਜਿਹੇ ਮੁੱਦੇ ਦੇ ਉੱਤੇ ਮੈਂ ਇੱਕ ਪਟੀਸ਼ਨ ਪਾਈ ਸੀ, ਨੋਟਿਸ ਪਾਇਆ ਸੀ ਰਾਦਰ ਜਨਵਰੀ 2021 ਨੂੰ, ਤੇ ਉਹਦਾ ਫੈਸਲਾ ਆਇਆ ਕੱਲ। ਇਹਦੇ 'ਚ ਫਿਰ ਇਸ ਵਾਰੀ ਜਿਹੜਾ ਇਹ ਮਾਮਲੇ 'ਚ ਸਾਹਮਣੇ ਆਇਆ ਕਿ ਕਿਉਂਕਿ ਆਮ ਤੌਰ ਤੇ ਹੁੰਦਾ ਇਹ ਹੈ ਵੀ ਜਿਵੇਂ ਤੁਸੀਂ ਕਿਹਾ ਵੀ ਜਦੋਂ ਬਿਲਡਰ ਬਾਅਦ 'ਚ ਜਦੋਂ ਆਪਦਾ ਦੇਖ ਲੈਂਦਾ ਵੀ ਆਪਾਂ ਨੂੰ ਪੈਸੇ ਪੂਸੇ ਵੱਟ ਲਏ, ਬਾਅਦ 'ਚ ਕਹਿੰਦਾ ਚੱਕੋ ਚਾਬੀ ਤੇ ਤੁਸੀਂ ਸਾਂਭੋ ਸਮਾਨ, ਉਦੋਂ ਬਾਅਦ ਦੇ ਵਿੱਚ ਉਹ ਸੁਸਾਇਟੀ ਦੇ ਮਾੜੇ ਹਾਲਾਤ ਹੁੰਦੇ ਦਿਖ ਜਾਂਦੇ ਨੇ, ਕੁਝ ਲੋਕ ਛੱਡ ਜਾਂਦੇ ਨੇ, ਕੋਈ ਅੱਗੇ ਵੇਚ ਦਿੰਦਾ ਕਰ ਦਿੰਦਾ। ਇਹਦੇ ਵਿੱਚ ਆਖਰਕਾਰ ਕੀ ਕੁਝ ਸੀਗਾ ਜਿਹੜਾ ਜਿਹਦੇ ਕਰਕੇ ਪਰੇਸ਼ਾਨ ਹੋਏ ਲੋਕ ਤੇ ਫਿਰ ਆਖਰਕਾਰ ਤੁਹਾਨੂੰ ਖਟਾਉਣਾ ਪਿਆ ਕਾਨੂੰਨ ਦਾ ਦਰਵਾਜ਼ਾ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹਦੇ 'ਚ ਸੁਸਾਇਟੀ ਦਾ ਨਾਮ ਦੱਸਣਾ ਜ਼ਰੂਰ ਚਾਹੂੰਗਾ, ਕਿਉਂਕਿ ਆਰਡਰ ਮੇਰੇ ਹੱਥ 'ਚ ਇਸ ਕਰਕੇ ਡਰ ਕੋਈ ਨਹੀਂ। ਬਰਨਾਲਾ ਰੀਅਲ ਟੈਕ ਕਰਕੇ ਹੈ ਜੀ ਆਰਗੇਨਾਈਜੇਸ਼ਨ ਦਾ ਨਾਮ, ਜੀਵਨ ਜਿੰਦਲ ਉਹਦਾ ਇੱਕ ਪਾਰਟਨਰ ਹੈ, ਵਿਜੇ ਗਰਗ ਪਾਰਟਨਰ ਹੈ, ਸੰਜੀਵ ਜਿੰਦਲ ਉਹਦਾ ਪਾਰਟਨਰ ਹੈ। ਇਹਨਾਂ ਲੋਕਾਂ ਨੇ ਇੱਕ ਸੁਸਾਇਟੀ ਬਣਾਈ ਸੀ ਜਿਹਨੂੰ ਰਿਵਰਡੇਲ ਐਕਵਾ ਗ੍ਰੀਨ ਦੇ ਨਾਂ ਤੋਂ ਹਾਈਲੈਂਡ ਮਾਰਗ ਦੇ ਉੱਤੇ ਪਟਿਆਲੇ 에ਅਰਫੋਰਸ ਦੇ ਲਾਗੇ ਉਹ ਕਲੋਨੀ ਬਣਾਈ ਸੀ, ਜਿਹਦੇ ਵਿੱਚ ਉਹਨਾਂ ਨੇ ਜਿਹੜੇ ਰੈਜ਼ੀਡੈਂਟ ਸੀਗੇ ਉਹਨਾਂ ਕੋਲੋਂ ਸਰਵਿਸ ਟੈਕਸ ਲਿਆ। ਜਦੋਂ ਸਰਵਿਸ ਟੈਕਸ ਲਈਏ ਤੇ ਸਰਵਿਸ ਟੈਕਸ ਦੀ ਰਸੀਦ ਦੇਣੀ ਹੁੰਦੀ ਹੈ। ਅਸੀਂ ਆਪਣੇ ਨੋਟਿਸ 'ਚ ਪਾ ਕੇ ਮੰਗਿਆ ਕਿ ਤੁਸੀਂ ਸਾਡੇ ਕੋਲ ਸਰਵਿਸ ਟੈਕਸ ਲਿਆ ਰੈਜ਼ੀਡੈਂਟਸ ਕੋਲੋਂ, ਜਾਂ ਤੇ ਸਾਨੂੰ ਉਹਦੀ ਪ੍ਰੂਫ ਦਿਓ ਕਿ ਤੁਸੀਂ ਉਹਨੂੰ ਸਰਕਾਰ 'ਚ ਜਮ੍ਹਾਂ ਕਰਾਇਆ ਤੇ ਉਹਦੀ ਰਸੀਦ ਦਿਓ, ਤੇ ਸੀਏ ਕੋਲੋਂ ਆਡਿਟ ਕਰਾ ਕੇ ਆਪਣੀ ਇੱਕ ਸਟੇਟਮੈਂਟ ਸਾਨੂੰ ਦਿਓ। ਉਹ ਬਰਨਾਲਾ ਰੀਅਲ ਟੈਕ ਬਿਲਡਰ ਜਿਹੜਾ ਰਿਵਰਡੇਲ ਅਪਾਰਟਮੈਂਟ ਵਾਲਾ, ਉਹ ਫੇਲ ਹੋ ਗਿਆ ਉਹਨੂੰ ਦੇਣ 'ਚ, ਉਹਨੇ ਨਹੀਂ ਦਿੱਤੇ ਜੀ। ਇਹਦਾ ਮਤਲਬ ਕਿੱਥੇ ਗਿਆ ਉਹ? ਹੜੱਪ ਕਰ ਲੈ ਜੀ, ਅੰਡਰਸਟੂਡ ਹੈ। ਜੇ ਉਹਨੇ ਜਮ੍ਹਾਂ ਕਰਾਈ ਹੁੰਦੀ, ਸਰਵਿਸ ਟੈਕਸ ਵੀ ਆਲਮੋਸਟ 18% ਜੇ ਕੈਲਕੂਲੇਟ ਕਰ ਲਈ, 20% ਵੀ ਮੋਟਾ ਕਰ ਲਈ, 28 ਜਾਂ 18 ਨਾ ਮੰਨੀਏ, ਤੇ 40 ਲੱਖ ਦੇ ਘਰ ਦੇ ਉੱਤੇ 8 ਲੱਖ ਰੁਪਈਆ ਉਹਨੇ ਹੜੱਪ ਕਰ ਲਿਆ ਈਚ। 168 ਫਲੈਟ ਨੇ, ਗੁਣਾ ਕਰ ਲਓ ਕਿੰਨੇ ਕਰੋੜ ਰੁਪਈਆ ਜੇਬ 'ਚ ਪਾ ਲਿਆ। ਇਹ ਤਾਂ ਫਿਰ ਸਰਕਾਰ ਦਾ ਵੀ ਗਿਆ ਕਹਿਣ ਦਾ ਮਤਲਬ, ਸਰਕਾਰ ਦੇ ਨਾਂ ਤੇ ਲੈ ਲਿਆ ਤੇ ਕਿਸੇ ਨਾ ਕਿਸੇ ਪ੍ਰੋਵੀਜ਼ਨ 'ਚ ਆਪਣੀ ਜੇਬ 'ਚ ਪਾ ਲਿਆ ਹੋਊਗਾ, ਉਹਦੇ ਤੇ ਮਤਲਬ ਸਾਇਲੈਂਟ ਹੈ। ਫਿਰ ਇੰਟਰਸਟ ਫ੍ਰੀ ਮੇਨਟੇਨੈਂਸ ਚਾਰਜਿਸ, ਜਦੋਂ ਬਿਲਡਿੰਗ ਬਣਾਈ ਜਾਂਦੀ ਹੈ, ਜਦ ਤੱਕ ਉਹ ਕੰਪਲੀਸ਼ਨ ਤੇ ਨਹੀਂ ਆਉਂਦੀ ਤਦ ਤੱਕ ਬਿਲਡਰ ਨੇ ਉਹਨੂੰ ਮੇਨਟੇਨ ਕਰਨਾ ਹੁੰਦਾ। ਜਦੋਂ ਕੰਪਲੀਸ਼ਨ ਹੋ ਕੇ ਆਕੂਪੈਂਸੀ ਸਰਟੀਫਿਕੇਟ ਮਿਲ ਜੇ ਫਿਰ ਆਰਡਬਲਯੂ ਨੇ ਕਰਨਾ ਹੁੰਦਾ। ਬਿਲਡਰ ਕੀ ਕਰਦਾ ਕਿ ਆਕੂਪੈਂਸੀ ਵੇਖਦਾ 70% 80% ਲੋਕਾਂ ਨੇ ਲੈ ਲਈ, ਥੋਪ ਦਿੰਦਾ। ਇਹ IFMS ਚਾਰਜਿਸ ਜਿਹੜੇ ਨੇ ਲਏ ਸੀ ਇਸ ਬਿਲਡਰ ਨੇ, ਇਹ ਵੀ ਲਗਭਗ 1 ਕਰੋੜ 64 ਲੱਖ ਰੁਪਏ ਬਣਦਾ। 168 ਫਲੈਟ ਪਲੱਸ 16 ਫਲੈਟ ਮਿਲਾ ਲਓ ਤੇ 184-85 ਫਲੈਟ ਹੋ ਗਏ, ਤੇ ਜੇ ਮਿਨੀਮਮ ਵੀ ਲਾ ਲਈਏ ਤੇ ਲਗਭਗ 2 ਕਰੋੜ ਰੁਪਇਆ ਬਣਨਾ ਹੈ। ਜੇ ਇਹਦੇ 'ਚ ਰੇਰਾ ਤੇ ਪਾਪੜਾ ਦਾ ਐਕਟ 18 ਰੇਰਾ ਦਾ ਤੇ ਸੈਕਸ਼ਨ 12 ਪਾਪੜਾ ਦਾ ਕੀ ਕਹਿੰਦਾ ਹੈ, ਬਿਲਡਰ ਵਾਸਤੇ ਲਾਇਬਲ ਫॉर ਪੇਇੰਗ ਬੈਕ ਆਲ ਦੀ ਰਿਸਪੈਕਟਿਵ ਬਾਇਰਸ ਵਿਦ 24% ਰੇਟ ਆਫ ਇੰਟਰਸਟ। ਮੈਂ ਬਾਇਰ ਹਾਂ ਫਲੈਟ ਦਾ, ਤੁਸੀਂ ਬਿਲਡਰ ਹੋ, ਤੁਸੀਂ ਜਿੱਦਣ ਮੇਰੀ ਪੈਸੇ ਲਏ ਸੀ, ਜੇ ਤੁਸੀਂ ਵਾਪਸ ਨਹੀਂ ਕਰਦੇ 24% ਵਿਆਜ ਨਾਲ ਤੁਸੀਂ ਵਾਪਸ ਕਰੋਗੇ। ਕਲੈਕਟ ਆਲ ਮਨੀ ਸਿੰਸ ਯੂ ਹੈਵ ਫੇਲਡ ਟੂ ਫਿਲਫਿਲ ਐਂਡ ਦੀ ਓਬਲੀਗੇਸ਼ਨ ਪ੍ਰੋਵਾਈਡਡ ਅੰਡਰ ਦੀ ਐਕਟ ਐਂਡ ਲਾਇਬਲ ਫॉर ਪਨਿਸ਼ਮੈਂਟ ਅੰਡਰ ਸੈਕਸ਼ਨ 61 ਆਫ ਰੇਰਾ ਐਂਡ 36 ਪਾਪੜਾ। ਉਹਦੇ 'ਚ ਪਨਿਸ਼ਮੈਂਟ ਵੀ ਹੈਗੀ ਹੈ, ਜੇਲ੍ਹ ਵੀ ਜਾ ਸਕਦਾ ਜੇ ਸਾਡੇ ਪੈਸੇ ਵਾਪਸ ਨਹੀਂ ਕਰਦਾ, ਕਿਉਂਕਿ ਜਨਤਾ ਦਾ ਪੈਸਾ ਹੈ, ਮੇਨਟੇਨੈਂਸ ਵਾਸਤੇ ਲਿਆ। ਉਹ ਮੇਨਟੇਨੈਂਸ ਦਾ ਹਿਸਾਬ ਦੇਵੇ ਵੀ ਕੀ ਮੇਨਟੇਨੈਂਸ ਕੀਤੀ, ਦੈਟ ਟੂ ਆਫਟਰ ਆਕੂਪੈਂਸੀ ਸਰਕਾਰ ਕੋ ਜਿਹੜੀ ਆਕੂਪੈਂਸੀ ਮਿਲਣੀ ਹੈ ਜਾਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਹੈਂਡਓਵਰ ਕਰੇ। ਸੋ ਜੇ ਨਹੀਂ ਕਰਦਾ ਤੇ ਉਹਦੇ 'ਚ ਲਾਇਬਲ ਹੈ। ਫਿਰ ਪਾਵਰ ਬੈਕਅਪ DG ਸਿਸਟਮ ਦੀ ਗੱਲ ਕਰਾਂ, ਵਾਅਦਾ 24 ਘੰਟੇ ਬਿਜਲੀ ਰਹੂਗੀ, ਪਾਵਰ ਸਪਲਾਈ ਪੂਰੀ ਹੈ। ਇਹਨਾਂ ਨੇ ਜਿਹੜੇ ਉੱਥੋਂ ਦੇ ਓਨਰ ਸੀ ਉਹਨਾਂ ਨੂੰ 504 ਕਿਲੋਵਾਟ ਦੇ ਲਾ ਕੇ ਦੇਣੇ ਜਨਰੇਟਰ ਪ੍ਰੋਮਿਸ ਕੀਤੇ, ਜਦਕਿ 300 ਕਿਲੋਵਾਟ ਲਾਇਆ, 204 ਕਿਲੋਵਾਟ ਹੀ ਖਾ ਗਏ। ਇੱਕ ਰੈਜ਼ੀਡੈਂਟ ਕੋ 20,000 ਰੁਪਇਆ ਪਰ ਕਿਲੋਵਾਟ ਦੇ ਹਿਸਾਬ ਨਾਲ ਇਹਨਾਂ ਨੇ ਪੈਸਾ ਲਿਆ, ਕਈਆਂ ਨੂੰ 5 ਕਿਲੋਵਾਟ ਵੇਚੀ, ਯਾਨੀ ਕਿ 1 ਕਰੋੜ 80,000 ਰੁਪਇਆ ਲਗਭਗ ਇਹ ਵੀ
ਇਹਨੇ ਹੜਪ ਕੀਤਾ। ਕਰੋੜਾਂ ਰੁਪਈਆਂ ਦੀ ਹੇਰ ਫੇਰ ਹੋ ਗਿਆ ਕੰਮ ਹੀ ਕਰੋੜਾਂ ਅਰਬਾਂ ਦਾ ਹੁੰਦੇ ਜੀ, ਘੁਟਾਲੇ ਕਰੋੜਾਂ ਅਰਬਾਂ ਦੇ ਨੇ। ਐਵੇਂ ਥੋੜੀ ਬਿਲਡਰ ਮੋਟੇ ਹੋਈ ਜਾਂਦੇ ਆ ਤੇ ਆਮ ਬੰਦਾ ਮਰੀ ਜਾਂਦਾ ਪਿਆ। ਐਵੇਂ ਥੋੜੀ ਫਲੈਟ ਤੁਹਾਨੂੰ ਇੰਨਾ ਮਹਿੰਗਾ ਮਿਲਦਾ। ਸਹੀ ਮੈਨੇ ਤੇ ਫਲੈਟ 20 ਲੱਖ ਦਾ ਨਾ ਹੋਵੇ ਜਿਹੜਾ 50 ਲੱਖ 70 ਲੱਖ ਦਾ ਵੇਚਦੇ ਨੇ। ਇਹ ਉੱਪਰਲੇ ਪੈਸੇ ਵੀ ਨਾਲ ਖਾਂਦੇ ਨੇ, ਨਾਲ ਤੁਹਾਨੂੰ ਮਹਿੰਗਾ ਵੇਚਦੇ। ਜ਼ਮੀਨ ਫੇਰ ਨਹੀਂ ਤੁਹਾਡੀ, ਛੱਤ ਤੁਹਾਡੀ ਨਹੀਂ, ਨਾ ਛੱਤ ਸਾਡੀ, ਨਾ ਜ਼ਮੀਨ ਸਾਡੀ, ਨਾ ਕੰਧ ਸਾਡੀ। ਹਵਾ 'ਚ ਕਰੋੜਾਂ ਰੁਪਈਆ ਦਿੱਤਾ, ਕਰੋੜਾਂ ਰੁਪਏ ਲਾਤੇ। ਔਰ ਜੇ ਰੱਬ ਨਾ ਕਰੇ ਇੱਕ ਬਿਲਡਿੰਗ ਗਿਰ ਜੇ, ਬੇਸਮੈਂਟ ਵਾਲਾ ਕਹਿੰਦਾ ਭਾਜੀ ਮੇਰੇ ਕੋਲ ਪੈਸੇ ਹੀ ਹੈ ਨਹੀਂ ਬਣਾਉਣ ਜੋਗੇ, ਦੂਜੀ ਮੰਜ਼ਿਲ ਵਾਲਾ ਤੇ ਹਵਾ 'ਚ ਹੀ ਰਹਿ ਗਿਆ। ਕੱਲ ਨੂੰ ਇਹਦੀ ਇੰਸ਼ੋਰੈਂਸ ਹੈ, ਇਹਦੇ ਰੀਬਿਲਡ ਕਿਵੇਂ ਕਰਨਾ, ਉਹ ਸਾਰਾ ਕੁਝ ਹੈ। ਫਿਰ ਐਸਟੀਪੀ ਪਲਾਂਟ ਦੀ ਮੈਂ ਗੱਲ ਦੱਸ ਚੁੱਕਾ ਕਿ ਇਹ ਲਾਉਂਦੇ ਨੇ। ਜੇ ਹੁਣ ਐਸਟੀਪੀ ਪਲਾਂਟ ਪ੍ਰੋਪਰ ਕੰਮ ਨਹੀਂ ਕਰਦਿਆ ਤੇ ਸੈਕਸ਼ਨ 15 ਪੋਲਿਊਸ਼ਨ ਕੰਟਰੋਲ ਐਕਟ ਦੇ ਮੁਤਾਬਕ ਜੇਲ੍ਹ ਹੈ। ਈਵਨ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦੇ ਬੰਦੇ ਜੇ ਗੰਦਾ ਪਾਣੀ ਸੁੱਟ ਰਹੇ ਨੇ ਉਹਨਾਂ ਨੂੰ ਵੀ ਜੇਲ੍ਹ ਹੈ। ਪਰ ਸੈਕਸ਼ਨ 18 ਰੇੜਾ 'ਚ, 12 ਪਾਪੜਾ 'ਚ ਤੇ 61 ਤੇ 36 ਫਿਰ ਪਨਿਸ਼ਮੈਂਟ ਹੈ ਤੇ 15 ਐਨਵਾਇਰਨਮੈਂਟ ਐਕਟ ਵਿੱਚ ਪਨਿਸ਼ਮੈਂਟ ਹੈ। ਹੁਣ ਮੰਨ ਲਓ ਉਹਨੇ ਗਲਤ ਦੇਤਾ ਆਈਟੀਪੀ ਪਲਾਂਟ, ਕੱਲ ਨੂੰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਤੇ ਪਰਚਾ ਹੋਏਗਾ ਕਿ ਤੁਸੀਂ ਬਾਅਦ ਚ ਉਹਨਾਂ ਕੋਲ ਹੋਊ। ਉਸ ਤੋਂ ਬਾਅਦ ਉਹਨਾਂ ਕੋਲ ਹੈਂਡਓਵਰ ਅੱਜ ਤੱਕ ਨਹੀਂ ਹੋਇਆ ਤੇ ਪਰਚਾ ਕਿੱਥੇ ਕਰੋਗੇ? ਬਿਲਡਰ ਕਹਿੰਦਾ ਮੈਂ ਇਹਨਾਂ ਨੂੰ ਦੇ ਰਿਹਾ, ਇਹ ਕਹਿੰਦਾ ਲੈ ਨਹੀਂ ਰਹੇ। ਸੋ ਸਾਡੇ ਕੇਸ ਤੇ ਬਿਲਡਰ ਬੜਾ ਚਲਾਕ ਸੀ। ਉਹਨੇ ਐਪਲੀਕੇਸ਼ਨ ਕੀ ਲਾਤੀ ਜਦੋਂ ਇਹ ਨੋਟਿਸ ਪਾਇਆ ਸੀ, ਪਹਿਲੇ 2-3 ਸਾਲ ਦੀ ਕਮਿਊਨੀਕੇਸ਼ਨ ਤੋਂ ਬਾਅਦ ਉਹਨੇ ਐਸਡੀਐਮ ਸਾਹਿਬ ਕੋਲ ਸਾਡੇ ਖਿਲਾਫ ਕੇਸ ਲਾਤਾ ਕਿ ਸੁਸਾਇਟੀ ਹੈਂਡਓਵਰ ਨਹੀਂ ਲੈ ਰਹੀ। ਉਲਟਾ ਲਾਤਾ। ਅਸੀਂ ਕੋਰਟ 'ਚ ਜਾ ਕੇ ਇੱਕੋ ਜਵਾਬ ਦਿੱਤਾ ਮਾਨਯੋਗ ਅਦਾਲਤ ਨੂੰ ਕਿ ਮਾਨਯੋਗ ਅਦਾਲਤ ਸਾਹਿਬ ਅਸੀਂ ਹੈਂਡਓਵਰ ਲੈਣਾ ਚਾਹੁੰਦੇ ਹਾਂ। ਆ ਰਿਹਾ ਸਾਡਾ 30 ਜਨਵਰੀ 2021 ਦਾ ਨੋਟਿਸ, ਪਹਿਲਾਂ ਆਪਦਾ ਖਾਨਾ ਪੂਰਾ ਕਰੇ ਇਹ। ਹਾਂ ਵੀ ਅਸੀਂ ਆਹ ਨੋਟਿਸ ਦਿੱਤਾ, ਇਹਦੇ ਵਿੱਚ ਇਹ ਸ਼ਰਤਾਂ ਲਿਖੀਆਂ। ਅੱਜ ਜਿਹੜੀਆਂ 3 ਸੁਣਾਤੀਆਂ, ਚੌਥੀ ਸ਼ਰਤ ਹੈ ਵਾਟਰ ਸਪਲਾਈ। ਵਾਟਰ ਸਪਲਾਈ ਵੀ ਇਹਨੇ ਕਿਹਾ ਸੀ ਵੀ ਤੁਹਾਨੂੰ ਰਾਊਂਡ ਦੀ ਕਲੌਕ ਮਿਲੇਗੀ। ਉਹਦੀਆਂ ਜਿਹੜੀਆਂ ਪਾਈਪਾਂ ਸੀ ਉਹ ਗੰਦੀਆਂ ਸੀ, ਚੋਕ ਹੋਈਆਂ ਸੀ, ਪਾਣੀ ਜੰਮਿਆ ਸੀ। ਉਹ ਲਗਭਗ 2 ਲੱਖ ਰੁਪਇਆ ਪਰ ਟਾਵਰ ਦੇ ਹਿਸਾਬ ਨਾਲ ਉਹ ਖਰਚਾ ਆਇਆ ਸੁਸਾਇਟੀ ਦਾ ਉਹਨੂੰ ਠੀਕ ਕਰਾਉਣ ਦਾ। ਫਿਰ ਰੇਨ ਵਾਟਰ ਹਾਰਵੈਸਟਿੰਗ ਦਾ ਉੱਥੇ ਕੋਈ ਸਬੂਤ ਹੀ ਹੈ ਨਹੀਂ। ਰੇਨ ਵਾਟਰ ਹਾਰਵੈਸਟਿੰਗ ਮੈਂਡੇਟਰੀ ਹੈ, ਉਹਦੇ 'ਚ ਵੀ ਸੈਕਸ਼ਨ 405, 417, 420, 18 ਤੇ 61 ਰੇੜਾ, 12 ਤੇ 36 ਪਾਪੜਾ ਦੀ ਪ੍ਰੋਵੀਜ਼ਨ ਦੇ ਮੁਤਾਬਕ ਤੇ এনवायरमेंट ਪ੍ਰੋਟੈਕਸ਼ਨ ਦੇ ਮੁਤਾਬਕ ਪਰਚੇ ਹੋ ਸਕਦੇ ਨੇ। ਹੁਣ ਰੇਨ ਵਾਟਰ ਦੀ ਹਾਰਵੈਸਟਿੰਗ ਹੀ ਪ੍ਰੋਪਰ ਨਹੀਂ ਹੋਈ, ਉਹਦੀ ਦਿੱਕਤ। ਲਾਇਬ੍ਰੇਰੀ, ਕਲੱਬ ਹਾਊਸ ਤੇ ਜਿਮਨੇਜ਼ੀਅਮ, ਜਿਹੜੇ ਸਭ ਤੋਂ ਜ਼ਿਆਦਾ ਇਹਨਾਂ ਦੀ ਫੋਟੋ ਦਿਖਾਉਂਦੇ ਹੁੰਦੇ ਨੇ ਜਦੋਂ ਕਹਿੰਦੇ ਨੇ ਵੀ ਆਹ ਮਿਲੂ ਤੁਹਾਨੂੰ ਬੜਾ ਸ਼ਾਨਦਾਰ। ਅਗਲਾ ਟਾਈਮ ਲੱਗੇ ਨਾ ਲੱਗੇ ਦੇਖੀ ਜਾਂਦਾ ਵੀ ਮੈਂ ਲਾਇਬ੍ਰੇਰੀ 'ਚ ਬੈਠਾ ਹਾਂ, ਮੈਂ ਲਾਇਬ੍ਰੇਰੀ 'ਚ ਬੈਠਾ, ਉਹ ਫੀਲਿੰਗ ਲੈਣ ਲੱਗ ਪੈਂਦਾ, ਜਦ ਕਿ ਉੱਥੇ ਇਸ ਨਾਂ ਦੀ ਚੀਜ਼ ਹੀ ਕੋਈ ਨਹੀਂ। ਫਿਰ ਉਸ ਤੋਂ ਬਾਅਦ ਆ ਗਈ ਰੂਫ ਐਂਡ ਕਾਮਨ ਰਾਈਟਸ। ਬਿਲਡਰ ਇੰਨੇ ਚਲਾਕ ਨੇ, ਜਦੋਂ ਕੋਈ ਬਿਲਡਿੰਗ ਪਾਸ ਹੁੰਦੀ ਹੈ ਨਾ ਜੀ, ਉਹਦੇ 'ਚ ਇਵੈਕੂਏਸ਼ਨ ਰੂਟਸ ਨੇ, ਫਾਇਰ ਬ੍ਰਿਗੇਡ ਰੂਟ ਨੇ, ਐਂਬੂਲੈਂਸ ਦੇ ਰੂਟਸ ਨੇ ਜਿਹੜੇ ਹਮੇਸ਼ਾ ਖਾਲੀ ਰਹਿਣਗੇ। ਉਹ ਵਾਲੀਆਂ ਥਾਵਾਂ ਵੀ ਪਾਰਕਿੰਗ 'ਚ ਵੇਚ ਗਏ। ਮੰਨ ਲਓ ਮੈਂ ਕਹਿੰਦਾ ਜੀ ਮੇਰੇ ਕੋਲ 3 ਘਰ ਆਣੇ ਭਾਜੀ, ਮੈਨੂੰ ਜ਼ਿਆਦਾ ਜਗ੍ਹਾ ਦਿਓ। ਹਾਂ ਵੀ ਮੈਂ ਤਾਂ ਤੁਹਾਡੇ ਫਲੈਟ ਲੈ ਨਹੀਂ ਸਕਦਾ, ਕਹਿੰਦੇ ਨੇ ਫਿਰ ਤੋਂ ਆ ਜਾ ਤੇਰਾ ਹੀਲਾ ਕਰਦੇ ਆ ਦਿੰਦੇ ਆ। ਉਹ ਜਿਹੜੀਆਂ ਇਹ ਵਾਲੀਆਂ ਥਾਵਾਂ ਉਹਦੇ 'ਚ ਵੀ 2-2 ਲੱਖ ਰੁਪਏ ਲੈ ਕੇ ਇਹਨਾਂ ਨੇ ਫਲੈਟ ਜਗ੍ਹਾ ਵੇਚਤੀ। ਅਸੀਂ ਕਿਹਾ ਵੀ ਸਾਨੂੰ ਦੱਸੋ ਵੀ ਜਿਹੜੇ ਕਾਮਨ ਏਰੀਆ ਇਵੈਕੂਏਸ਼ਨ ਰੂਟਸ ਐਜ਼ ਪਰ ਮਾਸਟਰ ਪਲਾਨ ਤੇ ਗਵਰਨਮੈਂਟ ਰੂਲ ਕਿਹੜੇ ਸੀਗੇ, ਤੇ ਉੱਥੇ ਤੁਸੀਂ ਉਹ ਜਗ੍ਹਾ ਇਸ ਵੇਲੇ ਕਿਹਦੇ ਕਬਜ਼ੇ 'ਚ ਹੈ? ਸਾਨੂੰ ਤਾਂ ਦਿਖਦੀ ਨਹੀਂ। ਇਹ ਤਾਂ ਫਿਰ ਬਿਲਡਿੰਗਾਂ ਕਾਹਦੀਆਂ ਬਣਦੀਆਂ ਨੇ? ਇਹ ਤਾਂ ਜੇ ਕਿਹਾ ਜਾਵੇ ਇੱਕ ਤਰ੍ਹਾਂ ਦਾ ਜਿਹੜਾ ਆਮ ਬੰਦਾ ਹੈ, ਮੌਤ ਦੇ ਡੱਬੇ ਬਣ ਰਹੇ, ਮੌਤ ਦੇ ਡੱਬੇ ਬਣ ਰਹੇ। ਇੰਨੀਆਂ ਚੀਜ਼ਾਂ ਜੇ ਦੇਖਿਆ ਜਾਵੇ ਇਹ ਤਾਂ ਬੰਦੇ ਕੋਲ ਕੱਲ ਨੂੰ ਮੰਗਣ ਨੂੰ ਥਾਂ ਨਹੀਂ। ਬਿਲਡਰ ਆਪਣੇ ਪੈਸੇ ਇਕੱਠੇ ਕਰਨ 'ਚ ਲੱਗੇ ਨੇ, ਉਹਨਾਂ ਨੂੰ ਕੀ ਪਰਵਾਹ? ਤੁਹਾਡੀ ਜਾਨ ਜਾਵੇ ਤੇ ਚੰਗੀ ਗੱਲ ਹੈ। ਉਹ ਮੈਂ ਤਾਂ ਕਹਿੰਦਾ ਉਹ ਤੁਹਾਡੀ ਮੌਤ ਦਾ ਸਮਾਨ ਤੁਹਾਨੂੰ ਵੇਚ ਰਹੇ ਨੇ। ਕਈ ਬਿਲਡਰਾਂ ਨਾਲ ਜਦੋਂ ਗੱਲ ਕਰਦੇ ਹੁੰਦੇ ਆ ਨਾ, ਵੈਸੇ ਚਲੋ ਉਹ ਤਾਂ ਕਹਿੰਦੇ ਹੁੰਦੇ ਨੇ ਵੀ ਅਸੀਂ ਠੀਕ ਆ, ਉਹ ਕਹਿੰਦੇ ਹੁੰਦੇ ਨੇ ਦੇਖੋ ਜੀ ਅਸੀਂ ਸੁਪਨਿਆਂ ਦਾ ਘਰ ਬਣਾ ਰਹੇ ਆ। ਉਹ ਸੁਪਨਿਆਂ 'ਚ ਹੀ ਹੈ ਨਾ, ਮਰਨ ਤੋਂ ਬਾਅਦ ਸੁਪਨੇ ਹੀ ਰਹਿ ਜਾਣੇ ਸਾਡੇ, ਹੋਰ ਕੀ ਕਰਾਂਗੇ? ਫਾਇਰ ਸਿਸਟਮ, ਸੀਸੀਟੀਵੀ ਤੇ ਸਿਕਿਉਰਿਟੀ, ਇਹਦੀ ਕੋਈ ਪ੍ਰੋਵੀਜ਼ਨ ਨਹੀਂ ਸੀ ਉੱਥੇ। ਇਹ ਤਾਂ ਸਭ ਤੋਂ ਜ਼ਿਆਦਾ ਲੋਕ ਡਿੱਗਦੇ ਨੇ ਵੀ ਸਾਡੀ ਸਿਕਿਉਰਿਟੀ ਨੂੰ ਲੈ ਕੇ ਬਿਲਡਿੰਗ ਬੱਚੇ ਬਾਹਰ ਨਹੀਂ ਜਾਣਗੇ, ਇਹ ਨਹੀਂ ਹੋਏਗਾ। ਉਹ ਸਿਕਿਉਰਿਟੀ ਇਸ ਵੇਲੇ ਮੇਰਾ ਆਰਡਬਲਯੂ ਖੁਦ ਮੈਨੇਜ ਕਰ ਰਿਹਾ। ਸਵਿਮਿੰਗ ਪੂਲ ਤੇ ਫਿਲਟਰ ਸਿਸਟਮ ਉਹ ਵੀ ਬੰਦ ਸੀ। ਸਵਿਮਿੰਗ ਪੂਲ ਗਟਰ ਬਣਿਆ ਪਿਆ ਸੀ, ਉਹ ਸਾਰੀ ਸਫਾਈ ਕਰਾਈ, ਨਹਾਉਣ ਨੂੰ ਨਹੀਂ ਮਿਲਿਆ। ਅੱਜ ਮੈਂ ਤੁਹਾਨੂੰ ਤਾਜ਼ੀਆਂ ਫੋਟੋਆਂ ਦਿਖਾਣਾ ਜਦੋਂ ਆਰਡਬਲਯੂ ਮੇਨਟੇਨ ਕਰ ਰਹੀ ਹੈ, ਉਹ ਕਿੰਨਾ ਸੋਹਣਾ ਮੇਨਟੇਨ ਕਰ ਰਹੀ ਹੈ। ਫਿਰ ਪਾਰਕਿੰਗ, ਜਿਹੜੀ ਮੈਂ ਤੁਹਾਨੂੰ ਹੁਣੇ ਗੱਲ ਦੱਸ ਕੇ ਹਟਿਆ ਕਿ ਅਨਆਥੋਰਾਈਜ਼ਡ ਪਾਰਕਿੰਗ ਵੇਚ ਛੱਡੀਆਂ। ਫਿਰ ਵੈਂਡਰ ਲਿਸਟ ਤੇ ਵਾਰੰਟੀ। ਵੈਂਡਰ ਲਿਸਟ ਦਾ ਮਤਲਬ ਹੈ ਕਿ ਲਿਫਟ ਕਿਹਦੇ ਕੋਲ ਆਈ, ਫਿਲਟਰ ਸਿਸਟਮ ਕਿਹਦੇ ਕੋਲ ਆਇਆ, ਬਿਜਲੀ ਤਾਰ ਕਿਹਦੇ ਕੋਲ ਆਈ, ਸੀਸੀਟੀਵੀ ਕਿਹਦੇ ਕੋਲ ਆਇਆ। ਭਾਜੀ ਠੇਕੇਦਾਰ ਕੌਣ ਸੀ, ਵਾਰੰਟੀ ਕੀ ਹੈ, ਉਹ ਸਾਰਾ ਕੁਝ ਸਾਨੂੰ ਚਾਹੀਦਾ ਨਾ, ਤਾਂ ਕਿ ਕੱਲ ਨੂੰ ਕਿਹੜਾ ਨਕਸ਼ਾ ਕਿਧਰੋਂ ਕੁਝ ਵੀ ਨਹੀਂ ਦਿੱਤਾ ਸੀਗਾ ਜੀ। ਕੋਈ ਬਿਲਡਰ ਨਹੀਂ ਦੇ ਰਿਹਾ। ਜਦੋਂ ਕਿਤੇ ਵੱਡਾ ਫਾਇਰ ਬ੍ਰੇਕ ਹੁੰਦਾ ਫਿਰ ਤੁੱਕੇ ਵੱਜਦੇ ਨੇ ਵੀ ਕਿੱਧਰ ਜਾ ਰਿਹਾ ਹੋਏਗਾ। ਇਹ ਨਕਸ਼ੇ ਚੀਜ਼ਾਂ ਦੇਣੀਆਂ ਚਾਹੀਦੀਆਂ। ਲਿਫਟ, ਡੀਜੀ ਸਿਸਟਮ, ਫਿਲਟਰ, ਫਾਇਰ ਇਕਵਿਪਮੈਂਟ, ਐਸਟੀਪੀ ਪਲਾਂਟ, ਜਿਮ ਦਾ ਸਮਾਨ, ਸਿਕਿਉਰਿਟੀ ਗਾਰਡ, ਸੀਸੀਟੀਵੀ, ਗੈਸ ਪਾਈਪ, ਹੋਰ ਇਹਦੇ ਜਿਹੜੇ ਚੀਜ਼ਾਂ ਨੇ ਉਹਦੇ ਤੇ ਆ ਜਾਓ। ਫਿਰ ਸ਼ਟਲ ਬੱਸ ਸਰਵਿਸ, ਇਹਨੇ ਕਿਹਾ ਸੀ ਵੀ ਤੁਹਾਨੂੰ ਸ਼ਟਲ ਬੱਸ ਮਿਲੇਗੀ ਇੱਕ 32 ਸੀਟਰ, ਕਿ ਜਿਹੜੀ ਟਾਈਮ ਰੱਖੋਗੇ ਤੁਸੀਂ, ਜਦੋਂ ਸ਼ਹਿਰ ਜਾਏਗੀ ਵਾਪਸ ਆਏਗੀ, ਬੱਚੇ ਨੇ ਆਣਾ ਜਾਣਾ ਜੋ ਵੀ ਹੈ ਤੁਹਾਡਾ ਰੂਟ ਫਿਕਸ ਕਰਾ ਲਓ। ਤਗੜੀ ਹਾਈਫਾਈ ਸਿਸਟਮ ਸੀ। ਫਿਰ ਗੈਸ ਤੇ ਪਾਈਪਲਾਈਨ ਉਹ ਨਹੀਂ ਦਿੱਤੀ। ਗੈਸ ਕਿੱਦੋਂ ਭਰਨੀ, ਕਿੱਧਰੋਂ ਆਣੀ ਹੈ ਉਹਦੇ, ਕਿਉਂਕਿ ਜਦੋਂ ਗੈਸ ਪਲਾਂਟ ਤੁਸੀਂ ਲਾਉਂਦੇ ਹੋ ਤੇ ਮਿਨਿਸਟਰੀ ਆਫ ਫਾਇਰ ਤੋਂ ਵੀ ਤੁਹਾਨੂੰ ਕਈ ਸਰਟੀਫਿਕੇਸ਼ਨਾਂ ਲੈਣੀਆਂ ਪੈਂਦੀਆਂ। 21000 ਰੁਪਇਆ ਪਰ ਰੈਜ਼ੀਡੈਂਟ ਕੋਈ ਨੇ ਲਿਆ ਤੇ 184 ਨਾਲ ਗੁਣਾ ਕਰ ਲਓ, ਇਕਾਈ ਦਾ ਸੈਂਕੜਾ ਹਜ਼ਾਰ ਦੇ ਲੱਗਦੇ। ਇਹ 35-36 ਲੱਖ ਰੁਪਇਆ
50 ਲੱਖ ਰੁਪਏ ਮੋਟਾ ਇਹ ਵੀ ਬਣ ਗਿਆ ਜਿੰਨੇ ਬਿਲਡਰ ਹੈ ਇਹ ਆਪਣੇ ਨਾਲ ਕੰਟਰੈਕਟ ਕਰਕੇ ਅਨਨੋਨ ਆਪਰੇਟਰਸ ਲਵਾ ਦਿੰਦੇ ਨੇ। ਅਨਨੋਨ ਆਪਰੇਟਰਸ ਮੈਂ ਕਿਹਨੂੰ ਕਹਿੰਦਾ, ਕਿਸੇ ਦਾ ਵੀ ਟਾਵਰ ਲਵਾਤਾ, ਕਿਸੇ ਦਾ ਕੋਈ ਵੀ ਸਿਸਟਮ ਲਵਾਤਾ, ਉਹਦੀ ਕਿਰਾਇਆ ਆਪਣੀ ਜੇਬ 'ਚ ਪਾਈ ਜਾਂਦੇ ਨੇ, ਜਦ ਕਿ ਉਹ ਰੈਜ਼ੀਡੈਂਟ ਦਾ। ਥੱਲੇ ਵਾਲੇ ਕੁਝ ਨੂੰ ਪਤਾ ਹੀ ਨਹੀਂ ਲੱਗਦਾ, ਨਾ ਪੁੱਛਦੇ ਨੇ ਵੀ ਅਗਲਾ ਠੀਕ ਹੈ ਨਾ ਮਾਰਕੀਟ ਕਿਆ ਪਤਾ ਉਹ ਕੱਲ ਨੂੰ ਜੈਨੂਨ ਲੱਗਾ ਕਿ ਗਲਤ ਲੱਗਾ। ਬੱਤੀ ਉਹਦੀ ਕਿੱਥੋਂ ਇਸਤੇਮਾਲ ਹੋ ਰਹੀ ਹੈ, ਉਹ ਆਰਡਬਲਯੂ ਦੇ ਖਾਤੇ 'ਚ ਹੋ ਰਹੀ ਹੈ, ਪੈਸੇ ਜਾ ਰਹੇ ਬਿਲਡਰ ਦੇ ਘਰ 'ਚ, ਲੱਖਾਂ ਰੁਪਏ ਉਹ ਹਰ ਮਹੀਨੇ ਦਾ ਜੇਬ 'ਚ ਪਾ ਰਿਹਾ, ਫਿਰ ਕਹਿੰਦਾ ਜੀ ਮੈਂ ਕੀ ਕਰਾਂ। ਫਿਰ ਉਸ ਤੋਂ ਬਾਅਦ ਕੰਪਲੀਸ਼ਨ, ਆਕੂਪੈਂਸੀ। ਇੱਕ ਹੋਰ ਤੁਹਾਨੂੰ ਗੱਲ ਦੱਸ ਦਿੰਦਾ, ਟਾਵਰ ਦੀ ਜਿਹੜੀ ਹਾਈਟ ਹੈ ਉਹਦੀ 에ਅਰ ਫੋਰਸ ਕੋਲੋਂ ਅਪਰੂਵਲ ਬਹੁਤ ਜ਼ਰੂਰੀ ਹੈ, ਮਿਨਿਸਟਰੀ ਆਫ ਡਿਫੈਂਸ ਤੋਂ। ਉਹ ਜਿਹੜੇ ਵੀ ਸ਼ਹਿਰ 'ਚ ਜਿੱਥੇ ਵੀ ਬਣਿਆ, ਅੱਛਾ ਹਾਂਜੀ, 에ਅਰਪੋਰਟ ਦੇ ਕੋਲ ਆ ਤੇ ਉਹਦੀ ਹਾਈਟ ਅਲੱਗ ਹੈ, 에ਅਰਪੋਰਟ ਤੋਂ ਕਿੰਨੇ ਮੀਟਰ ਬਾਅਦ ਉਹਦੀ ਹਾਈਟ ਅਲੱਗ ਹੈ, ਜਿੰਨੀ ਦੂਰੀ ਜਾਂਦੀ ਜਾਏਗੀ ਉਹਦੇ ਹਿਸਾਬ ਨਾਲ ਉਹਦੀ ਹਾਈਟ ਹੈ। ਔਰ ਜੇ ਉੱਥੇ ਕਿਤੇ ਐਮਰਜੈਂਸੀ 에ਅਰਪੋਰਟਸ ਜਾਂ ਐਮਰਜੈਂਸੀ ਰਨਵੇਜ਼ ਬਣੇ ਨੇ ਆਸ-ਪਾਸ ਤੇ ਉਹਦੀ ਹਾਈਟ ਦੀ ਇੱਕ ਸਪੈਸੀਫਿਕੇਸ਼ਨ ਉਸ ਤੋਂ ਅੱਗੇ ਜਾ ਨਹੀਂ ਸਕਦੀ। ਇਹ ਤੇ ਬਿਲਕੁਲ 에ਅਰਫੋਰਸ ਦੇ ਸਰਾਣੇ ਹੈ। ਇਹਦੀ ਹਾਈਟ ਦੀ ਪਰਮਿਸ਼ਨ ਕਿੱਥੇ ਹੈ, 에ਅਰਪੋਰਟ ਦੀ ਪਰਮਿਸ਼ਨ ਕਿੱਥੇ ਹੈ, ਐਨਵਾਇਰਨਮੈਂਟ ਤੇ ਸਟੈਚੂਰੇਟਰੀ ਪਰਮਿਸ਼ਨਾਂ ਕਿੱਥੇ ਨੇ, ਮੈਂਡੇਟਰੀ ਕਲੀਅਰੈਂਸ ਰੇਰਾ ਦੀ, ਪੁੱਡਾ ਦੀ, ਲੋਕਲ ਬੋਡੀ ਦੀ, ਐਮਸੀ ਦੀ, ਸਾਈਟ ਪਲਾਨ, ਬਿਲਡਿੰਗ ਪਲਾਨ। ਜਿਆਦਾ ਹੀ ਨਹੀਂ ਕੁਝ ਰੌਲਾ ਰੱਪਾ ਲੱਗਦਾ ਜੀ ਵਕੀਲਾਂ ਕੋਲ ਆਂਦਾ ਤੇ ਫਿਰ ਪੂਰੀ ਡਿਟੇਲ 'ਚ ਹੀ ਜਾਂਦੇ ਆ ਨਾ ਅਸੀਂ। ਉਤਲੀ ਗੱਲ ਤੇ ਕਰ ਨਹੀਂ ਸਕਦੇ, ਜੇ ਅਸੀਂ ਵੀ ਉਤਲੀ ਗੱਲ ਕਰੀਏ ਸਾਡੇ ਤੇ ਆਮ ਬੰਦੇ 'ਚ ਫਰਕ ਨਹੀਂ ਰਹਿੰਦਾ। ਫਿਰ ਉਸ ਤੋਂ ਅੱਗੇ ਆ ਜਾਓ, ਆਈਟਨਰੀ ਚੈੱਕਲਿਸਟ ਵੀ ਕਿਹਦੇ ਕੋਲੋਂ ਕੀ ਲਵਾਇਆ, ਕਿੱਥੇ ਲਵਾਇਆ। ਫਿਰ ਇਸ ਬਿਲਡਿੰਗ ਤੇ ਕਿਆ ਬਿਲਡਰ ਨੇ ਕਦੀ ਲੋਨ ਲਿਆ ਸੀ, ਜੇ ਲਿਆ ਸੀ ਤੇ ਉਹਦੀ ਇਨਕੰਬਰੈਂਸ, ਉਹਦੀ ਕਲੈਰਿਟੀ। ਕਿਉਂਕਿ ਅੱਜ ਲੋਨ ਮੰਨ ਲਓ ਸਟੈਂਡ ਕਰਦਾ ਹੈ ਕਿਸੇ ਬੈਂਕ ਕੋਲ, ਜਾਂ ਕਿਤੇ ਲੀਨ ਮਾਰਕ ਹੋਇਆ, ਜਾਂ ਕਿਸੇ ਉਹਦਾ ਐਫੀਡੇਵਿਟ ਦੇਗਾ ਨਾ ਜੀ ਕਿ ਮੈਂ ਲਿਆ ਸੀ ਪਰ ਮੈਂ ਕਲੀਅਰ ਕਰ ਚੁੱਕਾ। ਕਿਉਂਕਿ ਅਲਟੀਮੇਟਲੀ ਦਾ ਪਾਰਟਨਰ ਮਾਲਕ ਸੀ ਉਸ ਜ਼ਮੀਨ ਦਾ। ਅੱਜ ਉਹਨੇ ਇੱਕ ਹੋਰ ਗੱਲ ਦੱਸਾਂ, ਇੱਕ ਸ਼ਰਾਰਤ ਹੈ, ਇਹ ਧਿਆਨ ਨਾਲ ਚੈੱਕ ਕਰਿਓ। ਜਦੋਂ ਕੋਈ ਬਿਲਡਰ ਕੋਈ ਬਿਲਡਿੰਗ ਵੇਚਦਾ, ਯਾਨੀ ਕਿ ਫਲੈਟ ਵੇਚਦਾ, ਉਹ ਤੁਹਾਨੂੰ ਜ਼ਮੀਨ ਦੀ ਕਿੰਨੇ ਪਰਸੈਂਟ ਦੀ ਰਜਿਸਟਰੀ ਨਾਲ ਦੇ ਰਿਹਾ ਉਹ ਚੈੱਕ ਕਰਨਾ। ਕਿਉਂਕਿ ਕੱਲ ਨੂੰ ਇਹ ਜ਼ਮੀਨ ਐਕਵਾਇਰ ਹੋਵੇ ਤੇ ਤੁਹਾਨੂੰ ਉਹ ਲੈਂਡ ਦੇ ਉਹਨੇ ਗੱਜ ਦੇ ਪੈਸੇ ਮਿਲਨੇ ਆ, ਨਾ ਕਿ ਤੁਹਾਨੂੰ ਤੁਹਾਡੇ ਫਲੈਟ ਦੇ ਪੈਸੇ ਮਿਲਨੇ ਆ। ਤੁਹਾਡੇ ਫਲੈਟ ਦੇ ਪੈਸੇ ਇੰਸ਼ੋਰੈਂਸ ਕੰਪਨੀ ਨੇ ਦੇਣੇ ਆ। ਗਵਰਨਮੈਂਟ ਜ਼ਮੀਨ ਐਕਵਾਇਰ ਕਰਦੀ ਹੈ ਤੇ ਜ਼ਮੀਨ ਦੇ ਵਿੱਚ ਤੁਹਾਡਾ ਉਸ ਸੁਸਾਇਟੀ ਦੇ ਵਿੱਚ ਕਿੰਨਾ ਪਰਸੈਂਟ ਸ਼ੇਅਰ ਹੈ, ਇਹ ਚੀਜ਼ ਜ਼ਰੂਰ ਨੋਟ ਕਰਿਆ ਕਰੋ। ਇਹ ਮੈਂ ਲਿਖਿਆ ਵੀ ਲੋਨ ਕੋਰਟ ਕੇਸਿਸ ਤੇ ਕੰਪਲੇਂਟਸ ਤੋਂ ਇਲਾਵਾ ਵੀ ਜ਼ਮੀਨ ਦਾ ਕਿੰਨੇ ਪਰਸੈਂਟ ਰਾਈਟ ਉਹਨੇ ਈਚ ਰੈਜ਼ੀਡੈਂਟ ਨੂੰ ਡਿਪੈਂਡਿੰਗ ਔਨ ਦਾ ਸਾਈਜ਼ ਆਫ ਫਲੈਟ ਟ੍ਰਾਂਸਫਰ ਕੀਤਾ। ਇਸ ਤੋਂ ਇਲਾਵਾ ਹੋਰ ਬੜੇ ਹੀ ਸਾਰੇ ਨੇ। ਇਹ ਤਾਂ ਬਹੁਤ ਵੱਡਾ ਜੇ ਕਿਹਾ ਜਾਵੇ, ਆਮ ਬੰਦਾ ਤਾਂ ਜੇ ਜਾਵੇ ਸਕੈਮ ਹੀ ਕਰ ਸਕਦੇ ਇਹਨੂੰ ਵੀ। ਜਦੋਂ ਬਿਲਡਰਸ ਬਣਾਉਂਦੇ ਨੇਗੇ ਤਾਂ ਆਖਰਕਾਰ ਫਿਰ ਆਮ ਬੰਦਾ ਤਾਂ ਇਹ ਚੀਜ਼ਾਂ 'ਚ ਜੇ ਦੇਖਿਆ ਜਾਵੇ ਉਲਝ ਕੇ ਰਹਿ ਜਾਏ। ਜਿਹੜੇ ਬੰਦੇ ਨੂੰ ਨਹੀਂ ਜਾਣਕਾਰੀ ਹੈਗੀ ਤੇ ਲੋਕ ਫਲੈਟ ਧੜਾਏ ਲੈ ਰਹੇ ਨੇਗੇ, ਉਹਨਾਂ ਨੂੰ ਲੱਗਦਾ ਵੀ ਤਾਂ ਮੂਫੜੀਆਂ ਨੇ, ਜਾ ਕੇ ਜਦੋਂ ਮਰਜ਼ੀ ਲੈ ਲਈਏ ਤੇ ਸਾਨੂੰ ਇੱਕ ਆਲੀਸ਼ਾਨ ਜ਼ਿੰਦਗੀ ਜਿਉਣ ਨੂੰ ਮਿਲ ਗਈ ਬੜੇ ਨੋਮੀਨਲ ਜਿਹੇ ਰੇਟਾਂ ਤੇ। ਇਸ ਤੋਂ ਵੱਡੀ ਅਫਸੋਸ ਦੀ ਗੱਲ ਦੱਸ ਦਿੰਦਾ ਕਿ ਜਿਹੜੀਆਂ ਸਾਡੀਆਂ ਅਥਾਰਟੀਆਂ ਵੀ ਨੇ ਉਹ ਕਿਤੇ ਨਾ ਕਿਤੇ ਬਿਲਡਰ ਦੀ ਫੇਵਰ 'ਚ ਨੇ। ਉਹ ਨਹੀਂ ਆਖਰਕਾਰ ਲੋਕਾਂ ਦੇ ਨਾਲ ਆਹ ਦੇਖੋ ਮੈਨੂੰ ਇੱਕ ਨਿੱਕੀ ਜੀ ਗੱਲ ਪਿੱਛੇ ਉਹੀ ਕੰਮ ਪੂਰਾ ਕਰ ਦਿੰਦਾ ਲੋੜ ਹੀ ਨਹੀਂ ਪਈ। 3 ਸਾਲ ਲੱਗ ਗਏ ਮੈਨੂੰ ਇੰਨੀ ਗੱਲ ਕਹਿਣ 'ਚ ਕਿ ਮੈਂ ਪੋਜੈਸ਼ਨ ਲੈਣਾ ਚਾਹੁੰਦਾ, ਮੈਂ ਹੈਂਡਓਵਰ ਲੈਣਾ ਚਾਹੁੰਦਾ, ਮੇਰੀਆਂ ਸ਼ਰਤਾਂ ਪੂਰੀਆਂ ਕਰਾ ਦਿਓ। ਇਹ ਤੇ ਕੋਰਟ ਦੇ ਉੱਤੇ ਜਦੋਂ ਮੇਰੀ ਰਿਟਨ ਨੋਟਿਸ ਔਰ ਬਾਕੀ ਚੀਜ਼ਾਂ ਗਈਆਂ ਤੇ ਕੋਰਟ ਨੂੰ ਇਹਨੂੰ ਮੰਨਣਾ ਪਿਆ, ਐਸਡੀਐਮ ਕੋਰਟ ਨੂੰ। ਤੇ ਇੰਨੇ ਦਿਨਾਂ ਬਾਅਦ ਦੂਜੀ ਪਾਰਟੀ ਕਦੀ ਡੇਟ ਲੈ ਲਵੇ, ਕਦੀ ਜਾਣ ਤੋਂ ਪਹਿਲਾਂ ਐਸਡੀਐਮ ਸਾਹਿਬ ਨਹੀਂ ਬੈਠੇ ਜੀ, ਕਦੀ ਕੁਛ ਕਦੀ ਕੁਛ। ਹੁਣ ਹੋ ਗਿਆ, ਨਿਬੜ ਗਿਆ ਇਹ। ਹਾਂਜੀ ਆਰਡਰ ਆ ਗਿਆ ਜੀ ਸਾਡੇ ਹੱਥ 'ਚ, ਤਾਂ ਹੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਸਿੰਗਲ ਪੇਜ ਕਿੱਧਰ ਗਿਆ ਆ ਰਹੀ ਉਹਦੀ ਕਾਪੀ ਜੀ, ਕੈਮਰਾਮੈਨ ਸਾਹਿਬ ਦੇਖ ਲੈਂਦੇ ਆ, ਛਾਪ ਲੈਂਦੇ ਆ, ਔਰ ਮੈਂ ਪੜ੍ਹ ਕੇ ਸੁਣਾਉਣਾ ਜੀ। ਇੱਕ ਵਾਰੀ ਇਹ ਸ਼ਾਰਟ ਲੈ ਲੈਣ ਆਪਣਾ। ਸੋ ਜਿੰਨੀਆਂ ਚੀਜ਼ਾਂ ਦੀ ਮੈਂ ਡਿਮਾਂਡ ਕੀਤੀ ਸੀ ਤਾਂ ਮਾਨਯੋਗ ਅਦਾਲਤ ਨੇ ਇੱਕੋ ਗੱਲ ਕਹੀ ਹੈ ਕਿ ਇਹਨੂੰ ਹੈਂਡਓਵਰ ਦਿਓ ਔਰ ਇਹਦੀਆਂ ਸ਼ਰਤਾਂ ਪੂਰੀਆਂ ਕਰੋ। ਸ਼ਾਰਟਕਟ 'ਚ ਇਹ ਗੱਲ ਹੈ। ਹੁਣ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ। ਉਹਦੇ ਵਿੱਚ ਲਿਖਿਆ, ਆਫਟਰ ਲਿਸਨਿੰਗ ਟੂ ਦ ਆਰਗੂਮੈਂਟ ਫॉर both the parties, the builder is directed to hand over the day-to-day maintenance of the society to the Resident Welfare Association after entering its mutual agreeing handing taking over agreement with the Riverdale RWA deficiencies in the project, if any, as argued by the respondent, shall be removed by the applicant मैंने Riverdale apartment, Riverdale वाले जड़ा build बरनाला real tech within the agreed time period IFMS charges। ਹੁਣ ਜੇ ਮੈਂ ਇੱਕ ਪਾਸੇ ਕਹਾਂ ਮੇਰੇ ਫੇਵਰ 'ਚ ਤੇ ਹੈਗਾ, ਪਰ ਇਹ ਗੋਲਮੋਲ ਹੈ। ਵਿੱਚ ਲਿਖਿਆ ਜਾਂਦਾ ਨਾ ਇੰਨੇ % ਰੇਟ ਆਫ ਇੰਟਰਸਟ ਨਾਲ ਵਾਪਸ ਕਰ, ਇੰਨੇ ਦਿਨਾਂ 'ਚ ਵਾਪਸ ਕਰ, ਟਾਈਮ ਬਾਉਂਡ ਨਹੀਂ ਕੀਤਾ ਗਿਆ। ਹੁਣ ਇਹਨੂੰ ਮੈਂ ਟਾਈਮ ਬਾਉਂਡ ਕਰਾਉਂਗਾ, ਇਹਦੇ ਤੇ ਮੈਂ ਐਗਜ਼ੀਕਿਊਸ਼ਨ ਫਾਈਲ ਕਰੂੰਗਾ। ਇਹਦੇ ਪੈਰਲਲ ਜਿਹੜੀ ਵੀ ਅਗਲੀ ਅਦਾਲਤ ਬਣਦੀ ਹੈ, ਅੱਜ ਅਸੀਂ ਇਹਦੇ 'ਚ ਨੋਟਿਸ ਪਾ ਦੇਣਾ ਬਿਲਡਰ ਨੂੰ ਕਿ ਇਹ ਸਾਡੀ ਫੇਵਰ 'ਚ ਆ ਚੁੱਕਾ, ਇਹਨੂੰ ਇਮੀਡੀਏਟਲੀ ਕੰਪਲਾਈ ਕਰ। ਇਹਦੀ ਕੰਪਲਾਇੰਸ ਵਾਸਤੇ ਅਸੀਂ ਉਹਨੂੰ ਰਜਿਸਟਰਡ ਪੋਸਟ ਭੇਜ ਦੇਣਾ ਤੇ ਈਮੇਲ ਵੀ ਕਰ ਦੇਣੀ ਹੈ। ਅੱਜ ਸਾਨੂੰ ਅਫੀਸ਼ੀਅਲ ਆਰਡਰ। ਜਿਹੜੀਆਂ ਸਾਰੀਆਂ ਚੀਜ਼ਾਂ ਸੀ, ਚਲੋ ਭਾਵੇਂ ਤੁਹਾਡੇ ਕੋਲ ਆਈ ਸੁਸਾਇਟੀ ਉਹਦੇ ਨਾਲ ਜੁੜੀਆਂ ਹੋਈਆਂ ਸੀ, ਪਰ ਲੱਗਦਾ ਵੀ ਇਹ ਹਰ ਕਿਤੇ ਐਪਲੀਕੇਬਲ ਹੁੰਦੀਆਂ ਨੇ। ਹਰ ਕਿਸ ਨੂੰ ਧਿਆਨ ਰੱਖਣ ਦੀ ਲੋੜ ਹੈ। ਹਰ ਇੱਕ ਜਿਹੜਾ ਵੀ ਬੰਦਾ ਫਲੈਟ ਖਰੀਦਦਾ ਹੈ
ਜਾਂ ਉੱਥੇ ਕੋਈ ਸਾਈਟ ਖਰੀਦਦਾ? 100% ਵੀਰ ਜੀ, ਕੋਈ ਵੀ ਵੀਰ ਮੇਰਾ ਫਲੈਟ ਖਰੀਦੇ, ਕਿਸੇ ਬਿਲਡਰ ਕੋਲੋਂ ਜ਼ਮੀਨ ਖਰੀਦੇ, ਲੈਂਡ ਖਰੀਦੇ, ਕੋਈ ਨੁੱਕਰ ਖਰੀਦੇ, ਦੁਕਾਨ ਖਰੀਦੇ, ਕਮਰਸ਼ੀਅਲ ਐਸਟੈਬਲਿਸ਼ਮੈਂਟ ਖਰੀਦੇ, ਜਿਹੜਾ ਫੈਕਟਰੀ ਦਾ ਪਲਾਟ ਖਰੀਦੇ, ਉਹਨੂੰ ਇਹ ਸਾਰੀਆਂ ਕੰਪਲਾਈਂਸ ਹੋਣੀਆਂ ਮਸਟ ਨੇ। ਨਹੀਂ ਹੋਣਗੀਆਂ ਤੇ ਤੁਸੀਂ ਲਟਕੇ ਰਹੋਗੇ। ਕਾਰਪੋਰੇਸ਼ਨ ਨੂੰ ਹੈਂਡਓਵਰ ਕਿਦੋਂ ਕਰਾ ਰਿਹਾ, ਕੀ ਕਰਾ ਰਿਹਾ, ਉਹਦੀਆਂ ਲਾਇਬਿਲਿਟੀਜ਼ ਨੇ, ਪਾਪੜਾ ਤੇ ਰੇਰਾ ਐਕਟ ਪੜ੍ਹ ਲਓ, ਉਹਦੇ ਸਭ ਕੁਝ ਹੈ। ਔਰ ਜ਼ਿਆਦਾਤਰ ਬਿਲਡਰ ਇੱਥੋਂ ਹੀ ਜਿਹੜੇ 2 ਨੰਬਰ ਦੇ ਪੈਸੇ ਕਮਾ ਕੇ ਵੱਡੇ ਹੋ ਰਹੇ ਨੇ, ਔਰ ਜਿਹੜਾ ਨਾਰਮਲ ਆਦਮੀ ਉਹ ਪਿਸਦਾ ਜਾ ਰਿਹਾ। ਹੁਣ ਇਹ ਸਾਰੀਆਂ ਚੀਜ਼ਾਂ ਜਿਵੇਂ ਤੁਹਾਨੂੰ ਸਮਝਾਉਣ ਦਾ ਮਤਲਬ ਇਹੀ ਸੀ ਕਿ ਬਹੁਤ ਲੋਕਾਂ 'ਚ ਹੋੜ ਮੱਚੀ ਹੋਈ ਆ, ਸੋਹਣੇ ਸੋਹਣੇ ਫਲੈਟ ਦੇਖਦੇ ਨੇ, ਬਿਲਡਿੰਗ ਵਾਲੀ ਸ਼ਾਨ ਦੇਖਦੇ ਨੇ, ਉਹਨਾਂ ਨੂੰ ਲੱਗਦਾ ਵੀ ਇਦੋਂ ਬਾਅਦ ਦਾ ਸਵਰਗ ਕਿਤੇ ਨਹੀਂ। ਖੈਰ ਹਰ ਇੱਕ ਬੰਦੇ ਦਾ ਘਰ ਆ ਜਿਹੜਾ ਉਹ ਸਵਰਗ ਹੀ ਹੁੰਦਾ, ਜਦੋਂ ਉਹ ਕਿਹੋ ਜੀ ਛੋਟਾ ਹੋਵੇ ਵੱਡਾ ਹੋਵੇ। ਪਰ ਤੁਸੀਂ ਕਿਤੇ ਆਖਰ ਠੱਗੇ ਨਾ ਜਾਓ, ਕਿਉਂਕਿ ਇਹ ਮਾਮਲਾ ਇੱਕ ਸੁਸਾਇਟੀ ਦਾ ਸੀ, ਪਰ ਬਾਕੀ ਥਾਵਾਂ ਤੇ ਨਾਰਮ ਜਿਹੜੇ ਰੈਗੂਲੇਸ਼ਨ ਰੂਲ ਰੈਗੂਲੇਸ਼ਨ ਆ ਉਹ ਸੇਮ ਹੀ ਹੁੰਦੀ ਆ। ਤੇ ਆਖਰ ਇਹ ਸਾਰੀਆਂ ਚੀਜ਼ਾਂ ਸਮਝ ਕੇ ਫਿਰ ਉਸੀਰ ਕਰਿਓ। ਫਲੈਟ ਲੈ ਕੇ ਤੁਸੀਂ ਸੋਚੋ ਕਿ ਤੁਸੀਂ ਹੁਣ ਮੁਨਕਰ ਹੋ ਗਏ ਹੋ, ਤੁਹਾਡੀ तमाम ਜ਼ਿੰਦਗੀ ਦੇ ਐਸੈਟ ਬਣ ਗਏ ਨੇ। ਇਹ ਚੀਜ਼ਾਂ ਇੰਨੀਆਂ ਸੌਖੀਆਂ ਨਹੀਂ ਹੈਗੀਆਂ। ਇਸ ਕਰਕੇ ਹੀ ਵਾਰੀ ਕਹਿੰਦੇ ਆ ਵੀ ਬਿਲਡਰਾਂ ਦੇ ਝਾਂਸਿਆਂ ਦੇ ਵਿੱਚ ਤੁਸੀਂ ਨਾ ਆਓ। ਤੁਸੀਂ ਆਪਦੀ ਸੋਚ ਸਮਝ ਦੇ ਨਾਲ ਫੈਸਲਾ ਲਓ, ਨਾ ਕਿ ਉਹਨਾਂ ਦੀ ਚਕਾ ਚੌਂਦ ਵਾਲੀ ਤੇ ਆਲੀਸ਼ਾਨ ਦਫ਼ਤਰ 'ਚ ਬਿਠਾ ਕੇ ਪੀਤੀ ਕੌਫੀ ਨੂੰ ਦੇਖਦੇ ਹੋਏ ਕਰੋ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਚੰਡੀਗੜ੍ਹ।